दसवें पातशाह के बचन ने आया ताका सफल है पर उपकारी होए, दुख सह सिर अपने सुखदाई सब कोए। उस महापुरुष का दुनिया ते आना सफल हुंदा है जिहड़ा परोपकार वास्ते अपने सिर ते कष्ट सह लैंदा है, दूजिਆਂ ਨੂੰ सुख दिंदा है। ऐसी पवित्र आत्मा सन भाई साहब भाई मनी सिंह जी। ਦੀਵਾਲੀ ਦਾ ਮੇਲਾ ਹਰ ਸਾਲ ਸ੍ਰੀ ਅੰਮ੍ਰਿਤਸਰ ਲੱਗਦਾ ਹੈ। ਜੋ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ 52 ਰਾਜਿਆਂ ਨੂੰ ਛੁਡਾ ਕੇ ਔਰ ਚੰਦੂ ਵਰਗੇ ਦੁਸ਼ਟਾਂ ਨੂੰ ਨੱਥ ਪਾ ਕੇ ਵਾਪਸ ਆਏ ਸਨ श्री ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ। ਔਰ ਉਸ ਵੇਲੇ ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੇ ਹੁਕਮ ਨਾਲ ਗੁਰੂ ਕੀਆਂ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਸਰੋਵਰ ਦੇ ਉੱਤੇ ਅਤੇ ਨਗਰ ਦੇ ਵਿੱਚ ਦੀਪਮਾਲਾ ਕੀਤੀ ਸੀ। ਉਸ ਦੀਵਾਲੀ ਦਾ ਮਹਾਨ ਪੂਰਬ ਸਦੀਆਂ ਤੋਂ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਜਾਂਦਾ ਆ ਰਿਹਾ ਹੈ। ਅੱਜ ਵੀ ਉੱਥੇ ਵੱਡਾ ਭਾਰੀ ਜੋੜ ਮੇਲਾ ਹੈ। ਸਿੱਖ ਪੰਥ ਦੀਆਂ ਸਾਰੀਆਂ ਹੀ ਸੰਪਰਦਾਵਾਂ, ਖਾਲਸਾ ਪੰਥ ਦੇ ਸਾਰੇ ਜਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਦੀਪਮਾਲਾ ਦਾ ਜੋੜ ਮੇਲਾ ਕਰਦੇ। ਕੱਲ੍ਹ ਨੂੰ ਮਹੱਲਾ ਵੀ ਨਿਕਲੇਗਾ। ਸਮਾਪਤੀ ਦੇ ਉੱਤੇ ਵੱਡੇ ਭਾਰੀ ਦੀਪਮਾਲਾ ਦੇ ਸਮਾਗਮ ਹੁੰਦੇ। ਸੋ ਖਾਲਸਾ ਜੀ ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਮੇਂ ਕੁਝ ਸਮੇਂ ਤੋਂ ਦੀਪਮਾਲਾ ਦਾ ਜੋੜ ਮੇਲਾ ਨਹੀਂ ਸੀ ਲੱਗ ਸਕਿਆ। ਕਾਰਨ ਇਹ ਬਣਿਆ ਸੀ ਕਿ ਖਾਲਸਾ ਉਦੋਂ ਜੰਗਲਾਂ ਵਿੱਚ ਚਲਾ ਗਿਆ, ਸਰਕਾਰ ਦਾ ਡੰਗ ਤੇਜ਼ ਹੋ ਗਿਆ, ਬਹੁਤ ਸਾਰੇ ਸਿੰਘ ਸ਼ਹੀਦ ਕੀਤੇ ਗਏ। ਅੰਮ੍ਰਿਤਸਰ ਡਰਦੀਆਂ ਹੋਈਆਂ ਸੰਗਤਾਂ ਦਰਸ਼ਨਾਂ ਤੋਂ ਵੀ ਨਹੀਂ ਸੀ ਆ ਸਕਦੀਆਂ, ਵਾਂਝੀਆਂ ਰਹਿੰਦੀਆਂ ਸਨ। ਜਾਂ ਰਾਤ ਬਰਾਤੇ ਸਿੱਖ ਆ ਕੇ ਇਸ਼ਨਾਨ ਕਰ ਜਾਇਆ ਕਰਦੇ ਸਨ। ਐਸੇ ਸਮੇਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਨੇ ਮੇਲਾ ਲਵਾਉਣ ਵਾਸਤੇ ਉਪਰਾਲਾ ਕੀਤਾ, ਪਰ ਮੇਲਾ ਤੁਰਕਾਂ ਦੀ ਨੀਤੀ ਕਰਕੇ ਲੱਗ ਨਹੀਂ ਸਕਿਆ, ਕਿਉਂਕਿ ਤੁਰਕਾਂ ਨੇ ਫੌਜ ਇਤਨਾ ਜ਼ਿਆਦਾ ਭੇਜ ਦਿੱਤੀ ਕਿ ਸੰਗਤਾਂ ਨੂੰ ਭਾਈ ਮਨੀ ਸਿੰਘ ਜੀ ਨੇ ਵਾਪਸ ਚਲੇ ਜਾਣ ਦਾ ਅੰਦਰੋਂ ਇਸ਼ਾਰਾ ਕਰ ਦਿੱਤਾ। ਔਰ ਤੁਰਕਾਂ ਦੀ ਫੌਜ ਰਾਮ ਥੰਮਣ ਬੈਠੀ ਸੀ ਤੇ ਇੱਧਰ ਸਿੱਖਾਂ ਦੀ ਫੌਜ ਸੀ। ਭਾਈ ਮਨੀ ਸਿੰਘ ਨੇ ਆਖਿਆ ਵੀ ਜੇ ਦੋਵੇਂ ਫੌਜਾਂ ਨੇੜੇ ਹੋਣਗੀਆਂ, ਜੰਗ ਹੋਵੇਗਾ, ਤੁਸੀਂ ਚਲੇ ਜਾਓ। ਜਿਹੜੇ ਸਿੰਘ ਨਹੀਂ ਸੀ ਆਏ ਉਹ ਤਾਂ ਪਿੱਛੇ ਮੁੜ ਗਏ, ਜਿਹੜੇ ਆਏ ਹੋਏ ਉਹ ਵੀ ਚਲੇ ਗਏ। ਥੋੜ੍ਹੇ ਜਿਹੀਆਂ ਫੌਜਾਂ, ਥੋੜ੍ਹੇ ਜਿਹੇ ਸਿੱਖ ਤੁਰਕਾਂ ਨੇ ਕਾਬੂ ਕਰ ਲਏ। ਭਾਈ ਸਾਹਿਬ ਮਨੀ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਲਾਹੌਰ ਲੈ ਗਿਆ ਮੋਮਨ ਖਾਨ। ਔਰ ਇਹਨਾਂ ਨੇ ਭਾਈ ਸਾਹਿਬ ਉੱਤੇ ਫਤਵਾ ਲਾਇਆ ਵੀ ਇਹਨਾਂ ਨੇ ਸ਼ਰਅ ਦੀ ਉਲੰਘਣਾ ਕੀਤੀ ਹੈ, ਸਰਕਾਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਇਹਨਾਂ ਦੇ ਬੰਦ ਕੱਟੇ ਜਾਣ। ਕਿਉਂਕਿ ਜਿਵੇਂ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖਿਆ, ਕਾਜੀ ਨੇ ਆਖਿਆ ਸੀ ਕਿਉਂਕਿ ਇਹ ਸਿੰਘ ਪੰਥ ਕਾ ਮੁਖੀਆ ਸਿੰਘਨ ਤਾਈ ਸਿਖਾਵਤ। ਇਹ ਸਿੰਘਾਂ ਦਾ ਮੁਖੀਆ ਹੈ, ਸਿੰਘਾਂ ਨੂੰ ਸਿਖਾਉਂਦਾ ਹੈ, ਇਹ ਕਾਫਰ ਬਣਾਉਂਦਾ ਹੈ, ਕਾਫਰਾਂ ਨੂੰ ਪੈਦਾ ਕਰਦਾ ਹੈ, ਕਾਫਰਾਂ ਦੀ ਮਾਂ ਹੈ। ਇਹ ਕਹਿ ਕੇ ਭਾਈ ਮਨੀ ਸਿੰਘ ਦੇ ਬੰਦ ਕੱਟਣ ਦਾ ਹੁਕਮ ਕਾਜੀ ਨੇ ਦਿੱਤਾ। ਭਾਈ ਸਾਹਿਬ ਪਹਿਲਾਂ ਹੀ ਭਾਈ ਮਨੀ ਸਿੰਘ ਨੂੰ ਹੁਕਮ ਸੀ ਪੰਥ ਦਾ ਵੀ ਬੰਦ ਕਟਵਾਉਣੇ ਪੈਣਗੇ। ਉਹ ਹੁਕਮ ਪਹਿਲਾਂ ਹੀ ਸਮਝੀ ਬੈਠੇ ਸਨ। ਜਦੋਂ ਕਾਜੀ ਦੇ ਮੂੰਹ ਤੋਂ ਫਤਵਾ ਸੁਣਿਆ, ਪ੍ਰਸੰਨ ਹੋਏ, ਕਹਿਣ ਲੱਗੇ ਜੋ ਮੇਰੇ ਗੁਰੂ ਦਾ ਹੁਕਮ ਹੈ ਉਹੀ ਤੁਹਾਡੀ ਰਸਨਾ ਤੋਂ ਨਿਕਲ ਰਿਹਾ। ਖਾਲਸਾ ਪੰਥ ਮੇਰਾ ਗੁਰੂ ਹੈ। ਕਿਉਂਕਿ ਖਾਲਸਾ ਜੀ ਅੱਜ ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨੇ ਤੇ ਉਹ ਬੋਲਦੇ ਕੋਈ ਨਹੀਂ, ਪਰ ਦਸਵੇਂ ਪਾਤਸ਼ਾਹ ਨੇ ਗ੍ਰੰਥ ਤੇ ਪੰਥ ਦੋਵਾਂ ਨੂੰ ਗੁਰਤਾ ਦਿੱਤੀ ਹੈ। ਗ੍ਰੰਥ ਪੰਥ ਗੁਰਮਾਨੀ ਹੈ। ਜਿਹੜਾ ਗੁਰੂ ਦਾ ਪੰਥ ਹੈ ਇਹ ਵੀ ਗੁਰੂ ਦਾ ਹੀ ਰੂਪ ਹੈ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਾਲਸਾ ਪੰਥ ਹੀ ਸਾਰੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਹੈ। ਗੁਰੂ ਦਾ ਰੂਪ ਹੈ।
ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜਾਂ ਸਿੰਘਾਂ 'ਚ ਮੇਰਾ ਵਾਸਾ 10ਵੇਂ ਪਾਤਸ਼ਾਹ ਦੇ ਬਚਨ ਨੇ। ਸੋ ਖਾਲਸਾ ਜੀ, ਜਦੋਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਕੱਟਣ ਦਾ ਹੁਕਮ ਹੋਇਆ, ਆਪ ਜੀ ਨੇ ਖੁਸ਼ੀ ਮਨਾਈ। ਵੱਡਾ ਸਪੁੱਤਰ ਚਿੱਤਰ ਸਿੰਘ ਉਹ ਵੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਹਦੀ ਉਮਰ ਵੀ ਉਸ ਵੇਲੇ 60-65 ਸਾਲ ਦੀ ਸੀ। ਭਾਈ ਸਾਹਿਬ ਦੀ ਪੂਰੀ ਉਮਰ 90 ਸਾਲ ਹੋਈ ਹੈ। 1644 ਦੇ ਵਿੱਚ ਆਪ ਦਾ ਜਨਮ ਹੋਇਆ। 1734-35 ਜੇ ਸ਼ਹੀਦੀ ਪਾਈ ਹੈ। ਸੋ ਖਾਲਸਾ ਜੀ, 90 ਸਾਲ ਦੀ ਉਮਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦੀ ਪਾ ਰਹੇ ਨੇ। ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਇੱਕ ਭਾਈ ਗੁਲਜ਼ਾਰਾ ਸਿੰਘ ਸੀ। ਭਾਈ ਮਨੀ ਸਿੰਘ ਦੇ ਨਾਲ ਵਿਦਿਆ ਪੜ੍ਹਨ ਵਾਲੇ ਉਹਨਾਂ ਦੇ ਵਿਦਿਆਰਥੀਆਂ ਸਿੰਘਾਂ ਵਿੱਚੋਂ ਉਹਦੀ ਪੁੱਠੇ ਟੰਗ ਕੇ ਖੱਲ ਲਾਈ ਗਈ, ਪੁੱਠੀ ਖੱਲ ਲਾਈ ਜਿਉਂਦੇ ਦੀ। ਇੱਦਾਂ ਸਾਰੇ ਸਿੰਘ ਸ਼ਹੀਦ ਕੀਤੇ ਗਏ। ਅਖੀਰ ਭਾਈ ਸਾਹਿਬ ਨੂੰ ਨਖਾਸ ਚੌਂਕ ਵਿੱਚ ਬਿਠਾ ਕੇ ਸ਼ਹੀਦ ਕੀਤਾ। ਉਹ ਕਥਾ ਅੱਜ ਦੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋ। ਸਾਰੀ ਸੰਗਤ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਨਵਾਬ ਨਉ ਯਉ ਫਰਮਾਇਓ। ਤਾਂ ਨਵਾਬ ਇਸ ਤਰ੍ਹਾਂ ਕਹਿਣ ਲੱਗਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਫਤਵਾ ਦੇ ਕੇ, ਬੰਦ ਬੰਦ ਅਬ ਜੁਦਾ ਕਰਾਇਓ। ਕਿ ਇਸ ਸਿੱਖ ਦੇ ਭਾਈ ਮਨੀ ਸਿੰਘ ਦੇ ਬੰਦ ਕੱਟ ਦਿਓ। ਚੰਡਾਲਨ ਸਿੰਘ ਤੁਰਤ ਫੜਾਇਆ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਚੰਡਾਲਾਂ ਦੇ ਜਲਾਦਾਂ ਦੇ ਹਵਾਲੇ ਕੀਤਾ ਗਿਆ। ਨਿਖਾਸ ਚੌਂਕ ਕੇ ਵਿੱਚ ਬਹਾਇਆ। ਲਾਹੌਰ ਸ਼ਹਿਰ ਦੇ ਵਿੱਚ ਇੱਕ ਨਖਾਸ ਚੌਂਕ ਹੈ। ਸਮਝੋ ਇਹ ਸਿੱਖਾਂ ਦੀ ਕਤਲਗਾਹ ਹੈ। ਨਖਾਸ ਚੌਂਕ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ। ਸ਼ਰੇਆਮ ਚੌਂਕ 'ਚ ਬਹਾ ਕੇ ਸ਼ਹੀਦ ਕੀਤਾ ਜਾਂਦਾ ਸੀ ਵੀ ਦੂਜੇ ਡਰ ਜਾਣ, ਕੋਈ ਸਰਕਾਰ ਦੇ ਖਿਲਾਫ ਬਗਾਵਤ ਨਾ ਕਰੇ। ਇਸ ਕਰਕੇ ਸ਼ਰੇਆਮ ਭਾਈ ਮਨੀ ਸਿੰਘ ਨੂੰ ਚੌਂਕ ਦੇ ਵਿੱਚ, ਨਖਾਸ ਚੌਂਕ ਦੇ ਵਿੱਚ ਬਿਠਾਇਆ ਗਿਆ। ਚੰਡਾਲ ਬੰਦ ਤਬ ਚਾਰ ਬਤਾਏ। ਚੰਡਾਲ ਨੇ, ਜਲਾਦ ਨੇ ਟੋਕਾ ਫੜ ਲਿਆ, ਲੱਕੜ ਦੀ ਮੁੱਢੀ ਥੱਲੇ ਰੱਖ ਲਈ, ਜਿਹਦੇ ਤੇ ਰੱਖ ਕੇ ਬੰਦ ਕੱਟੇ ਜਾਣੇ ਸੀਗੇ। ਆਲੇ ਦੁਆਲੇ ਸਖਤ ਪਹਿਰਾ ਲਾਇਆ ਗਿਆ ਤੇ ਖਾਲਸਾ ਜੀ, ਹਜ਼ਾਰਾਂ ਲੋਕ ਇਹ ਤਮਾਸ਼ਾ ਦੇਖਣ ਲਈ ਸੱਦੇ ਗਏ ਵੀ ਦੇਖੋ ਸਿੱਖ ਨੂੰ ਸ਼ਹੀਦ ਕੀਤਾ ਜਾਣਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਚੌਂਕੜਾ ਮਾਰ ਕੇ ਬੈਠ ਗਏ ਨੇ। ਗੁਰੂ ਕੀ ਬਾਣੀ ਦਾ ਪਾਠ ਆਰੰਭ ਕਰ ਦਿੱਤਾ ਹੈ। ਮਨ ਪਰਮੇਸ਼ਰ ਨਾਲ ਜੁੜਿਆ, ਦੇਹ ਤੋਂ ਵਿਦੇ ਹੋ ਚੁੱਕੇ ਨੇ। ਕਿਉਂਕਿ ਗੁਰੂ ਦੀ ਬਾਣੀ 'ਚ ਸ਼ਕਤੀ ਹੈ ਵੀ ਬੰਦਾ ਆਪਣੇ ਆਪ ਨੂੰ ਆਪਣੇ ਸਰੀਰ ਤੋਂ ਵੱਖਰਾ ਸਮਝ ਲੈਂਦਾ, ਜਾਣ ਲੈਂਦਾ। ਉਹਨੂੰ ਇਹ ਸਮਝ ਆ ਜਾਂਦੀ ਵੀ ਇਹ ਬੋਲਣ ਵਾਲਾ ਭੌਰ ਕੋਈ ਹੋਰ ਹੈ ਤੇ ਇਹ ਜਿਹੜਾ ਮਿੱਟੀ ਦਾ ਭਾਂਡਾ ਇਹ ਹੋਰ ਹੈ। ਸਾਨੂੰ ਇਹ ਹੀ ਹੈ ਵੀ ਸਾਡਾ ਸਰੀਰ ਹੀ ਸਾਡਾ ਰੂਪ ਅਸੀਂ ਮੰਨੀ ਬੈਠੇ ਹਾਂ। ਬ੍ਰਹਮ ਗਿਆਨੀ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰ ਲੈਂਦੇ ਆ। ਭਾਈ ਸਾਹਿਬ ਮਨੀ ਸਿੰਘ ਜੀ ਬੈਠ ਗਏ ਔਰ ਬਾਣੀ ਦੇ ਜਾਪ ਵਿੱਚ ਸੁਰਤੀ ਜੋੜ ਲਈ। ਜਲਾਦ ਨੇ 4 ਜੋੜ ਮੰਨੇ। ਇੱਕ ਤਾਂ ਆ ਗੁੱਟ ਦਾ, ਇਹ ਕੋਹਣੀਆਂ ਦਾ, ਗਿੱਟੇ ਦਾ, ਗੋਡੇ ਦਾ। ਇਹ ਕਹਿੰਦੇ ਚਾਰ ਜਿਹੜੇ ਟੋਕਾ ਮਾਰਾਂਗਾ ਤੇ 4 ਟੋਟੇ ਕਰ ਦਿਆਂਗਾ। ਜਲਾਦ ਨੇ ਇਹ ਸੋਚ ਕੇ ਤਿਆਰੀ ਕੀਤੀ ਹੈ। ਬਾਹਾਂ ਟੰਗਾ ਕਰੋ ਜੁਦਾਈ। ਕਾਜੀ ਨੇ ਕਹਿ ਦਿੱਤਾ ਇਹਦੀਆਂ ਬਾਹਾਂ ਵੱਖਰੀਆਂ ਕਰ ਦਿਓ, ਲੱਤਾਂ ਵੱਖਰੀਆਂ ਕਰ ਦਿਓ, ਕੱਟ ਦਿਓ, ਜੁਦਾ ਕਰ ਦਿਓ। ਤਬ ਹੈ ਮਨੀ ਸਿੰਘ ਉਨ ਸੋ ਕਹੀ। ਜਲਾਦ ਆਪਸ 'ਚ ਗੱਲਾਂ ਕਰ ਰਹੇ ਨੇ ਵੀ ਕਿੱਥੋਂ ਸ਼ੁਰੂ ਕਰੀਏ। ਵੱਡਾ ਜਲਾਦ ਕਹਿੰਦਾ ਗੁੱਟ ਤੋਂ ਵੱਢਣਾ ਸ਼ੁਰੂ ਕਰੋ। ਜਦੋਂ ਜਲਾਦਾਂ ਦੀ ਇਹ ਗੱਲ ਸੁਣੀ ਤਾਂ ਭਾਈ ਸਾਹਿਬ ਮਨੀ ਸਿੰਘ ਜੀ ਬੋਲੇ, ਤੁਮ ਬੰਦ ਕੋ ਜਾਣਤ ਨਹੀਂ। ਭਾਈ ਸਾਹਿਬ ਜਲਾਦ ਨੂੰ ਕਹਿੰਦੇ ਆ, ਜਲਾਦ ਤੈਨੂੰ ਪਤਾ ਨਹੀਂ ਬੰਦ ਹੁੰਦੇ ਕੀ ਨੇ? ਤੁਮ ਬੰਦ ਕੋ ਜਾਣਤ ਨਹੀਂ। ਤੁਹਾਨੂੰ ਬੰਦਾਂ ਦਾ ਪਤਾ ਨਹੀਂ ਬੰਦ ਕਹਿੰਦੇ ਕਿਹਨੂੰ ਨੇ? ਜੋੜ ਕਿਹਨੂੰ ਕਹਿੰਦੇ ਆ? ਸਰੀਰ ਦੇ ਕਿੰਨੇ ਜੋੜ ਹੁੰਦੇ ਆ? ਤੂੰ ਕਹਿੰਦਾ 4 ਬਾਹਾਂ ਦੇ 4 ਲੱਤਾਂ ਦੇ ਕੱਟ ਦਿਓ। ਤੈਨੂੰ ਇਹਦਾ ਮਤਲਬ ਹੈ ਵੀ ਬੰਦਾਂ ਬਾਰੇ ਜਾਣਕਾਰੀ ਨਹੀਂ ਹੈ। ਮੈਂ ਬੰਦ ਨਿਜ ਦਿਓ ਬਤਾਈ। ਮੈਂ ਬੰਦ ਕਟਵਾਣ ਆਇਆ। ਮੇਰੇ ਮਾਲਕ ਦਾ ਹੁਕਮ ਹੈ ਬੰਦ ਕਟਾਣ ਦਾ।
ਔਰ ਤੇਰਾ ਮਾਲਕ, ਤੇਰੇ ਮਾਲਕ ਦਾ ਤੈਨੂੰ ਹੁਕਮ ਦੇ ਰਿਹਾ ਕਿ ਸਿੱਖ ਦੇ ਬੰਦ ਕੱਟਣੇ। ਜੇ ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਲਈ ਤਿਆਰ ਹਾਂ, ਤੂੰ ਕਿਉਂ ਆਪਣੇ ਮਾਲਕ ਦਾ ਹੁਕਮ ਅਦੂਲੀ ਕਿਉਂ ਕਰਦਾ? ਮੈਂ ਦੱਸਦਾ ਬੰਦ ਕੀ ਹੁੰਦੇ ਆ। ਭਾਈ ਮਨੀ ਸਿੰਘ ਆਪ ਦੱਸ ਰਹੇ ਹੈ ਵੀ ਬੰਦ ਉਹ ਨਹੀਂ ਜਿਹੜੇ ਤੂੰ ਸਮਝੀ ਬੈਠਾ ਵੀ ਗੁੱਟ ਤੇ ਮਾਰੋ, ਕੋਹਣੀ ਤੇ ਮਾਰੋ, ਮੋਢੇ ਤੇ ਬਾਹ ਲੈ ਗਈ। ਦੂਜਾ ਪਾਸਾ ਵੀ ਇਦਾਂ ਵੱਢ ਦਿਓ, ਫਿਰ ਖੱਬੀ ਲੱਤ ਸੱਜੀ ਲੱਤ ਇਦਾਂ ਵੱਢ ਦਿਓ ਤੇ ਕੰਮ ਫਤਿਹ ਹੋ ਜੇ। ਇਹ ਨਹੀਂ ਗੱਲ। ਕਹਿੰਦੇ ਮੈਂ ਦੱਸਾਂਗਾ ਵੀ ਬੰਦ ਕਹਿੰਦੇ ਕਿਹਨੂੰ ਨੇ। ਤੇ ਮੈਂ ਤੂੰ ਛੁਰੀ ਚਲਾਈ। ਭਾਈ ਸਾਹਿਬ ਕਹਿੰਦੇ ਜਿਵੇਂ ਮੈਂ ਬੰਦ ਰੱਖਾਂਗਾ ਤੈਨੂੰ ਦੱਸਾਂਗਾ, ਤੂੰ ਉਸੇ ਤਰ੍ਹਾਂ ਟੋਕਾ ਚਲਾਣਾ, ਆਪਣੇ ਛੁਰੇ ਦਾ ਵਾਰ ਉਸੇ ਤਰ੍ਹਾਂ ਕਰਨਾ ਹੈ। ਪਹਿਲੇ ਉਂਗਲੀਆਂ ਪੋਟੇ ਕਟਾਏ। ਭਾਈ ਸਾਹਿਬ ਜੀ ਨੇ ਬਾਣੀ ਪੜ੍ਹਦਿਆਂ ਹੋਇਆ ਆਪਣੇ ਸੱਜੇ ਹੱਥ ਦੀ ਆ ਉਂਗਲ ਇਦਾਂ ਟੋਕੇ ਦੇ ਉੱਤੇ ਰੱਖ ਦਿੱਤੀ ਹੈ, ਮੁੱਢੀ ਦੇ ਉੱਤੇ, ਤੇ ਪਹਿਲਾ ਪੋਟਾ ਜਿਹੜਾ ਉਂਗਲ ਦਾ ਅਖੀਰ ਇਹ ਬੰਦ ਜਿਹੜਾ ਪਹਿਲਾ ਇਹ ਕੱਟਣਾ ਸ਼ੁਰੂ ਕੀਤਾ ਹੈ। ਫਿਰ ਮੱਧ ਗੰਢੋ ਬੰਦ ਛੁਡਾਏ। ਫਿਰ ਦੂਸਰਾ ਬੰਦ ਕੱਟਿਆ, ਫਿਰ ਤੀਸਰਾ, ਇਸ ਤਰ੍ਹਾਂ ਫਿਰ ਦੂਸਰੀ ਉਂਗਲ ਦੇ 3 ਜੋੜ ਕਟਵਾਏ, ਫਿਰ ਚੌਥੀ ਦੇ, ਫਿਰ ਪੰਜਵੀਂ ਦੇ, ਫਿਰ ਅੰਗੂਠਾ ਕਟਵਾਇਆ ਤੇ ਫਿਰ ਗੁੱਟ ਦੇ ਉੱਤੇ ਆਏ ਹਨ। ਫਿਰ ਉਂਗਲੀ 30 ਵਾਰ ਕਟਾਈ। ਪਹਿਲੀ ਉਂਗਲੀ ਦਾ ਪਹਿਲਾ ਬੰਦ, ਫਿਰ ਵਿਚਕਾਰਲਾ ਜਿਹੜਾ ਹੁੰਦਾ ਉਹ ਕਟਾ ਕੇ, ਫਿਰ ਪਿੱਛੋਂ ਬੰਦ ਕਟਾ ਕੇ, ਫਿਰ ਦੂਜੀ ਉਂਗਲੀ ਧਾਰ ਦਿੱਤੀ ਹੈ। ਤਿੰਨੇ ਉਂਗਲਾਂ ਨਾਲ ਉਸੇ ਤਰ੍ਹਾਂ ਹੀ ਕਟਵਾਈਆਂ ਨੇ। ਫਿਰ ਪਹੁੰਚੇ ਸੋ ਬੀਣੀ ਛੁਡਾਈ। ਫਿਰ ਪਹੁੰਚੇ ਨਾਲੋਂ ਆ ਜਿਹੜਾ ਪਹੁੰਚਾ ਕਹਿੰਦੇ ਆ ਗੁੱਟ ਨੂੰ, ਇਥੋਂ ਕਲਾਈ ਤੋਂ ਗੁੱਟ ਤੋਂ ਹੱਥ ਕਟਵਾਇਆ ਆਪਣਾ। ਚੰਡਾਲ ਚਾਹੇ ਫਿਰ ਮੋਢਿਓਂ ਲਹਾਈ। ਚੰਡਾਲ ਜਲਾਦ ਕਾਲਾ ਪੈ ਗਿਆ ਤੇ ਮੋਢਿਓਂ ਵੱਢਣਾ ਚਾਹੁੰਦਾ ਸੀਗਾ। ਮਣੀ ਸਿੰਘ ਦਈ ਕੋਹਣੀ ਅੜਾਈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਜਲਾਦ ਆਪਣੀ ਡਿਊਟੀ ਨੂੰ ਪੂਰਾ ਨਿਭਾ। ਕਿੱਥੇ ਚੱਲਿਆ? ਆ ਮੇਰੀ ਕੋਹਣੀ ਵੱਢ, ਪਹਿਲਾਂ ਕੋਹਣੀ ਅੜਾ ਦਿੱਤੀ, ਅੱਗੇ ਕਰ ਦਿੱਤੀ। ਕੋਹਣੀ ਕਟਾਏ ਫਿਰ ਮੋਢਿਓਂ ਲਹਾਈ। ਫਿਰ ਮੋਢਾ ਧਰ ਦਿੱਤਾ, ਇੱਥੇ ਮਾਰ ਮੇਰੇ ਮੋਢੇ ਦੇ ਉੱਤੇ। ਸੱਜੀ ਕਟਾਏ ਫਿਰ ਖੱਬੀ ਫੜਾਈ। ਸੱਜੀ ਬਾਹ ਨੂੰ ਏਦਾਂ ਸਾਧ ਸੰਗਤ ਜੀ ਕਟਾਇਆ। ਇੱਕ ਉਂਗਲੀ ਦੇ 3 ਜੋੜ, ਦੂਜੀ ਉਂਗਲੀ ਦੇ 3 ਜੋੜ, ਤੀਜੀ ਦੇ, ਚੌਥੀ ਦੇ 12 ਜੋੜ ਕਰਕੇ ਫਿਰ ਅੰਗੂਠੇ ਦੇ 14 ਤੇ 15ਵਾਂ ਨੰਬਰ ਗੁੱਟ ਦਾ ਲਵਾਇਆ। 16ਵਾਂ ਕੋਹਣੀ ਦਾ ਤੇ 17ਵਾਂ ਮੋਢਾ ਕਟਵਾ ਕੇ ਖੱਬੀ ਬਾਹ ਅੱਗੇ ਕਰ ਦਿੱਤੀ, ਉਂਗਲ ਰੱਖ ਦਿੱਤੀ। ਤਿਮਹੀ ਪੋਟਿਓਂ ਬੰਦ ਕਟਾਇਓ। ਖੱਬੇ ਪਾਸਿਓਂ ਵੀ ਪੋਟਾ ਕਟਵਾਉਣਾ ਸ਼ੁਰੂ ਕੀਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੰਦ ਕਟਵਾ ਰਹੇ ਨੇ। ਗਾਠ ਉਂਗਲ ਗੂਠੋ ਵਢਾਇਓ। ਇਹਦਾ 3 ਜੋੜ ਪਹਿਲੀ ਦੇ, ਫਿਰ ਦੂਜੀ ਦੇ, ਫਿਰ ਤੀਜੀ ਦੇ, ਸਾਰੀਆਂ ਉਂਗਲਾਂ ਦੇ ਜੋੜ ਕਟਵਾ ਕੇ ਫਿਰ ਅੰਗੂਠਾ ਕਟਵਾਇਆ ਹੈ। ਦੋਹਰਾ ਸੱਜੀ ਜਿਮ ਖੱਬੀ ਕੱਟੀ ਤਾਉ ਦੀਨੋ ਚਰਨ ਚਲਾਏ। ਇਹ ਤਾਂ ਫਿਰ ਕੋਹਣੀ ਕਟਾਈ ਖੱਬੀ, ਫਿਰ ਮੋਢਾ ਕਟਾ ਕੇ ਜਿਵੇਂ ਸੱਜੀ ਬਾਹ ਕਟਵਾਈ ਸੀ, ਖੱਬੀ ਕਟਵਾ ਕੇ ਤੇ ਫਿਰ ਸੱਜੀ ਲੱਤ ਦਾ ਪੈਰ ਦਾ ਅੰਗੂਠਾ ਰੱਖ ਦਿੱਤਾ। ਤਿਮ ਪੋਟੇ ਪੈਰਨ ਕੱਟੇ 3 ਗਲਮੋ ਗੋਡੇ ਕਟਾਏ। ਪੈਰ ਦੇ ਪੋਟੇ ਕੱਟ ਕੇ ਗਿੱਟਾ ਕੱਟਿਆ ਤੇ ਫਿਰ ਗੋਡਾ ਕੱਟਿਆ ਤੇ ਫਿਰ ਪੱਟ ਦੇ ਕੋਲੋਂ ਚੂਲੇ ਤੋਂ ਵਾਰ ਕਰਵਾਇਆ। ਚਾਓ ਪਈ ਤਬ ਇੱਕ ਦੇਖਿਓ ਸੈਯਦ ਤਮਾਸ਼ਾ। ਇਹ ਤਮਾਸ਼ਾ ਇੱਕ ਸੈਯਦ ਮੁਸਲਮਾਨ ਫਕੀਰ ਉੱਥੇ ਫਿਰਦਾ ਸੀ ਲਾਹੌਰ ਦੇ ਵਿੱਚ। ਉਹਨੇ ਇਹ ਸੈਯਦ ਨੇ ਜਦੋਂ ਵੇਖਿਆ ਸੀਨ, ਵੇਖ ਚਰਿੱਤਰ ਵੱਢ ਗਇਓ ਸਾਸਾ। ਉਹਦਾ ਉੱਪਰਲਾ ਸਾਹ ਉੱਪਰ ਤੇ ਥੱਲੇ ਵਾਲਾ ਥੱਲੇ ਰਹਿ ਗਿਆ। ਉਹ ਸੈਯਦ ਹੱਕਾ ਬੱਕਾ ਹੋ ਗਿਆ। ਉਹ ਕਹਿਣ ਲੱਗਿਆ ਮੈਂ ਸੁਣਿਆ ਮਨਸੂਰ ਸੂਲੀ ਤੇ ਚੜਿਆ ਸੀ, ਸੁਣਿਆ ਕਿ ਕੁਝ ਬੰਦੇ ਵਿਰਲੇ ਇਹੋ ਜਿਹੇ ਹੋਏ ਨੇ, ਪਰ ਇਹੋ ਜਿਹਾ ਕੰਮ ਤੇ ਉਹ ਵੀ ਨਹੀਂ ਕਰ ਸਕੇ। ਐਸੀ ਮਹਾਨ ਸ਼ਹਾਦਤ ਨੂੰ ਦੇਖ ਕੇ ਸੈਯਦ ਦੇ ਮੂੰਹ ਚੁੰਗਲਾਂ ਪੈ ਗਈਆਂ। ਜੋ ਇਸ ਮੁਖ ਤੇ ਨਿਕਸੇ ਵਾਕ। ਉਹ ਕਹਿਣ ਲੱਗਾ ਯਾ ਖੁਦਾ, ਇਹ ਬੰਦਾ ਨਹੀਂ, ਇਹ ਖੁਦਾ ਦਾ ਹੀ ਰੂਪ ਹੈ, ਇਹਦੀ ਜ਼ੁਬਾਨ ਤੋਂ ਕੋਈ ਬਚਨ ਨਿਕਲ ਜਾਵੇ। ਜਾਵਗ ਸਤ ਵਲਾਏ ਤਤਾਕ। ਉਹ 7 ਮੁਲਕਾਂ ਨੂੰ ਟੱਪ ਕੇ ਲੰਘ ਜਾਏਗਾ। ਇਹਦਾ ਬਚਨ 7 ਮੁਲਕਾਂ ਨੂੰ ਵਿੰਨ ਕੇ ਲੰਘ ਜਾਏਗਾ। ਇਹਦਾ ਬਚਨ 7 ਸਮੁੰਦਰਾਂ ਨੂੰ ਚੀਰ ਦੇਵੇਗਾ। ਇਹ ਕੋਈ ਛੋਟੀ ਖੁਦਾਈ ਦਾ ਬੰਦਾ ਨਹੀਂ ਬੈਠਾ,
ਇਹ ਖੁਦ ਖੁਦਾ ਬੈਠਾ ਹੈ। ਇਕ ਧੰਦਲੀ ਥੋ ਸਿੱਧ ਕਹਾਇਓ, ਕਹਿੰਦੇ ਇੱਕ ਧੰਦਲੀ ਸਿੱਧ ਕੁਹਾਇਆ ਹੈ। ਤਿਸ ਕੋ ਚੇਲਾ ਕਿਸ਼ਕ ਅਕਾਇਓ, ਕਹਿੰਦੇ ਉਹਦੇ ਚੇਲੇ ਨੂੰ ਕੁਝ ਕੁ ਕਹਿੰਦੇ ਕਿਸੇ ਨੇ ਅਕਾਇਆ ਸੀ, ਦੁੱਖ ਦਿੱਤਾ ਸੀ, ਤੇ ਉਹਨੇ ਕਿੱਡਾ ਵੱਡਾ ਉਪਦਰਵ ਕਰਤਾ ਸੀ। ਏਕ ਪਟਨਪੁਰ ਨਿਕਸਿਓ ਬੋਲ, ਕਹਿੰਦੇ ਉਹਦੇ ਬੋਲ ਦੇ ਨਾਲ ਸ਼ਹਿਰ ਉਜੜ ਗਏ ਸਨ। 18 ਗਰਕ ਗਏ ਇੱਕ ਤੋਲ, 18 ਸ਼ਹਿਰ ਗਰਕ ਕਰ ਦਿੱਤੇ ਸੀ ਇੱਕ ਸਿੱਧ ਦੇ ਬਚਨ ਨਾਲ। ਧੂ ਤੇ ਗਣ ਤਿੰਨ ਮਿਆਨ ਨਿਕਾਰੀ, ਇਹਨੇ ਨੂੰ ਸਾਧ ਸੰਗਤ ਜੀ ਤਲਵਾਰ ਮਿਆਨ ਚੋਂ ਜਲਾਦ ਨੇ ਕੱਢ ਲਈ। ਮਾਰ ਮਣੀ ਸਿੰਘ ਗਰੀਬ ਉਤਾਰੀ, ਆ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕੀਤਾ, ਕਿਉਂਕਿ ਸਰੀਰ ਤਾਂ ਟੋਕੇ ਨਾਲ ਕੱਟਿਆ ਤੇ ਗਰਦਨ ਤੇ ਤਲਵਾਰ ਮਾਰ ਕੇ ਭਾਈ ਮਨੀ ਸਿੰਘ ਦਾ ਸੀਸ ਲਾਹ ਦਿੱਤਾ। ਸਿੰਘ ਜੀ ਮੁਖ ਗੁਰ ਪੜਤੋ ਬਾਣੀ, ਸੀਸ ਉਤਰਨ ਤੱਕ ਭਾਈ ਸਾਹਿਬ ਦੀ ਰਸਨਾ ਤੋਂ ਬਾਣੀ ਦਾ ਜਾਪ ਉਹੀ ਚੱਲ ਰਿਹਾ ਸੀ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀ। ਨਹਿ ਕੁਛ ਪੀੜ ਦੇਹ ਉਨ ਜਾਨੀ, ਧੰਨ 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 ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇਹ ਤੋਂ ਵਿਦੇ ਹੋ ਚੁੱਕੇ ਸਨ। ਪੀੜ ਉਹਨਾਂ ਦੇ ਨੇੜੇ ਨਹੀਂ ਸੀ ਆ ਰਹੀ, ਕਿਉਂਕਿ ਪੀੜ ਤਾਂ ਹੁੰਦੀ ਜਿਹੜਾ ਆਪਣੇ ਆਪ ਨੂੰ ਸਰੀਰ ਸਮਝੇ। ਜਿਹੜਾ ਸਰੀਰ ਤੋਂ ਹੀ ਵੱਖਰਾ ਹੋ ਗਿਆ ਉਹਨੂੰ ਕੀ ਪੀੜ ਹੋਣੀ ਹੈ। ਧੰਨ ਭਾਈ ਮਨੀ ਸਿੰਘ ਸਾਹਿਬ ਜੀ। ਬਦੇਹ ਰੂਪ ਥੋ ਸਿੰਘ ਜੀ ਧਾਰਿਓ, ਭਾਈ ਸਾਹਿਬ ਮਨੀ ਸਿੰਘ ਜੀ ਦੇਹੀ ਗੁਪਤ ਵਿਦੇਹੀ ਦੀਸੈ, ਵਿਦੇਹ ਰੂਪ ਹੋ ਚੁੱਕੇ ਸਨ। ਮੁਖ ਸੋ ਸ਼ਬਦ ਬਦੇਹ ਉਚਾਰਿਓ, ਆਪ ਜੀ ਨੇ ਵਿਦੇਹੀਆਂ ਦੀ ਤਰ੍ਹਾਂ ਬਾਣੀ ਸ਼ਬਦ ਪੜ੍ਹੇ ਅਖੀਰਲੇ ਸਮੇਂ। ਪਾਠ ਸੁਖਮਣੀ ਮੁਖੋਂ ਉਚਰੈ, ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਉਸ ਵੇਲੇ, ਜਦੋਂ ਆਪ ਜੀ ਦੇ ਸਰੀਰ ਦੇ ਬੰਦ ਕੱਟੇ ਜਾ ਰਹੇ ਸਨ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਇਹ ਪੰਕਤੀ ਆਈ ਸੀ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਪਾਠ ਉਸ ਵੇਲੇ ਚੱਲ ਰਿਹਾ ਸੀ ਜਦੋਂ ਭਾਈ ਸਾਹਿਬ ਦਾ ਸੀਸ ਉਤਰਿਆ। ਦੋਹਰਾ ਮਰਨ ਸਬਨ ਕੇ ਸੀਸ ਪੈ, ਸੁਫਲ ਮਰਨ ਹੈ ਤਾਹੇ। ਮਰਨਾ ਦੇ ਸਾਰਿਆਂ ਨੇ ਹੈ, ਜਿਸ ਨੇ ਸੰਸਾਰ ਵਿੱਚ ਜਨਮ ਲਿਆ ਹੈ, ਅੱਗੇ ਪਿੱਛੇ ਵਾਰੀ ਸਭ ਨੇ ਜਾਣਾ ਹੈ, ਪਰ ਮਰਨਾ ਸਫਲਾ ਕਿਹਦਾ ਹੈ? ਜਿਹੜਾ ਧਰਮ ਵਾਸਤੇ ਮਰ ਜਾਵੇ, ਨੇਕੀ ਤੇ ਪਰਉਪਕਾਰ ਵਾਸਤੇ ਮਰ ਜਾਵੇ। ਐਸੇ ਮਰਨੀ ਜੋ ਮਰੈ ਬਹੁ ਨਾ ਮਰਨਾ ਹੋਏ। ਹਾਂਜੀ। ਤਨਕ ਬਿਖੈ ਤਨ ਕੋ ਤਜੈ, ਪੀ ਸੋ ਪ੍ਰੀਤ ਬਨਾਹੇ। ਉਸ ਵਾਹਿਗੁਰੂ ਪਿਆਰੇ ਨਾਲ ਪ੍ਰੇਮ ਕਰਦਾ ਹੋਇਆ, ਸੱਚ ਦੇ ਮਾਰਗ ਤੇ ਧਰਮ ਦੇ ਮਾਰਗ ਤੇ ਤੁਰਦਾ, ਨੇਕੀ ਪਰਉਪਕਾਰ ਦੇ ਰਾਹ ਤੇ ਤੁਰਦਾ ਇਹ ਸਰੀਰ ਨੂੰ ਤਿਆਗ ਦਵੇ, ਉਹਦਾ ਮਰਨਾ ਸਫਲ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ। ਕਬੀਰ ਜਿਸ ਮਰਨੇ ਤੇ ਜਗ ਡਰੈ, ਜਿਹੜੀ ਮੌਤ ਤੋਂ ਸੰਸਾਰ ਡਰਦਾ ਹੈ, ਜਿਸ ਮੌਤ ਦਾ ਨਾਂ ਲੈ ਕੇ ਲੋਕਾਂ ਨੂੰ ਕੰਬਣੀ ਛਿੜ ਜਾਂਦੀ ਹੈ, ਮੌਤ ਨੂੰ ਵੇਖ ਕੇ ਹਰ ਕੋਈ ਘਬਰਾਉਂਦਾ ਹੈ, ਮੌਤ ਤੋਂ ਹਰ ਕੋਈ ਡਰਦਾ ਹੈ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਮੈਨੂੰ ਉਸ ਮੌਤ ਵੱਲ ਵੇਖ ਕੇ ਖੁਸ਼ੀ ਚੜ੍ਹਦੀ ਹੈ। ਮੇਰੇ ਵਾਸਤੇ ਉਹ ਮੌਤ ਮੇਰਾ ਜੀਵਨ ਦਾ ਸਭ ਤੋਂ ਵਧੀਆ ਅਨੁਭਵ ਹੈ, ਮੈਨੂੰ ਉਹਦਾ ਆਨੰਦ ਆਉਂਦਾ ਹੈ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਮਰਨ ਨਾਲ ਹੀ ਉਸ ਪਰਮਾਤਮਾ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਦੋਹਰਾ ਮਨਸੂਰ ਇਮ ਜਗ ਭਇਓ, ਕੱਟੇ ਹੱਥ ਇੱਕ ਸੱਟ। ਕਹਦੇ ਮਨਸੂਰ ਦਾ ਇੱਕ ਹੱਥ ਕੱਟਿਆ ਸੀ। ਮਨਸੂਰ ਦਾ ਹੱਥ ਕਿਵੇਂ ਕੱਟਿਆ ਸੀ? ਇੱਕੋ ਵਾਰ ਦੇ ਨਾਲ ਜਲਾਦ ਨੇ ਗੁੱਟ ਤੋਂ ਕੱਟਿਆ ਸੀ, ਪਰ ਦੁਨੀਆ 'ਚ ਮਨਸੂਰ ਹੋ ਗਿਆ ਕਿ ਮਨਸੂਰ ਨੇ ਆਪਣੇ ਹੱਥ ਆਪ ਕਟਵਾਏ ਸਨ। ਸਾਰੀ ਦੁਨੀਆ ਮਨਸੂਰ ਨੂੰ ਪੂਜਦੀ ਹੈ, ਮਨਸੂਰ ਨੂੰ ਮੰਨਦੀ ਹੈ। ਬਾਅਦ ਵਿੱਚ ਉਹਨੂੰ ਸੂਲੀ ਤੇ ਵੀ ਚਾੜਿਆ ਸੀ। ਉਹ ਲੰਮੀ ਕਥਾ ਮਨਸੂਰ ਦੀ, ਕਿਉਂਕਿ ਮਨਸੂਰ ਵੀ ਇੱਕ ਪਵਿੱਤਰ ਆਤਮਾ ਮਹਾਪੁਰਸ਼ ਹੋਇਆ। ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਮਨਸੂਰ ਦੇ 3 ਜਨਮ ਮੰਨੇ ਹਨ। ਪਹਿਲਾ ਮਨਸੂਰ ਹੋ ਕੇ ਸੂਲੀ ਚੜਿਆ, ਦੂਜੇ ਜਨਮ 'ਚ ਸ਼ਮਸ਼ ਤਬਰੇਜ ਬਣ ਕੇ ਉਹ ਫਕੀਰ ਦੇ ਰੂਪ ਵਿੱਚ ਵਿਚਰਿਆ। ਉਹੀ ਆਵਾਜ਼ ਜਿਹੜੀ ਉਹ ਕਹਿੰਦਾ ਹੁੰਦਾ ਸੀ ਨਾ, ਅਨਲ ਹੱਕ ਅਨਲ ਹੱਕ ਅਨਲ ਹੱਕ, ਮਨਸੂਰ ਦਾ ਇਹ ਬੋਲਾ ਸੀ, ਅਨਲ ਹੱਕ, ਕਿ ਮੈਂ ਪਰਮਾਤਮਾ ਆ, ਮੈਂ ਖੁਦਾ ਆ, ਮੈਂ ਉਹ ਹੀ ਆ ਜਿਹੜਾ ਜਿਸ ਨੂੰ ਦੁਨੀਆ ਲੱਭਦੀ ਉਹ ਮੈਂ ਆ।
ਆਪਣੇ ਅੰਦਰ ਪ੍ਰਮਾਤਮਾ ਦੀ ਜੋਤ ਨੂੰ ਦੇਖਿਆ ਸੀ ਉਸ ਮਹਾਪੁਰਸ਼ ਨੇ, ਤੇ ਉਹ ਅਨਲ ਹੱਕ ਦੀ ਬੋਲੀ ਸ਼ਮਸ ਤਬਰੇਜ਼ ਵੀ ਬੋਲਿਆ ਕਰਦਾ ਸੀ। ਤੇ ਸ਼ਮਸ ਤਬਰੇਜ਼ ਨੂੰ ਮੌਕੇ ਦੀ ਸਰਕਾਰ ਨੇ, ਬਾਦਸ਼ਾਹ ਨੇ ਉਹਦੀ ਖੱਲ ਉਤਾਰ ਦਿੱਤੀ ਜਿਉਂਦੇ ਦੀ। ਤੇ ਉਹਦੀ ਜਦੋਂ ਮੌਤ ਹੋਈ ਉਸ ਤੋਂ ਬਾਅਦ ਤੀਸਰਾ ਜਨਮ ਸ਼ਰਮਦ ਨਾਮ ਦਾ ਫਕੀਰ ਦਿੱਲੀ ਦੇ ਜੋ ਔਰੰਗਜ਼ੇਬ ਦੇ ਸਮੇਂ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਔਰੰਗਜ਼ੇਬ ਨੇ ਉਸ ਨੂੰ ਕਤਲ ਕਰਵਾਇਆ। ਉਹ ਵੀ ਇਹ ਕਹਿੰਦਾ ਸੀ ਖੁਦਾ ਮੇਰੇ ਅੰਦਰ ਹੈ, ਮੈਂ ਖੁਦਾ ਦੇ ਅੰਦਰ ਹਾਂ, ਖੁਦਾ ਜਾਤ ਹੈ। ਸੋ ਐਸੀ ਹਸਤੀਆਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਸੋ ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਲਾਹੌਰ ਦੇ ਲੋਕ ਉਂਗਲਾਂ ਪਾ ਕੇ ਮੂੰਹ 'ਚ ਦੇਖਦੇ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ। ਉਹ ਲੋਕ ਕਹਿੰਦੇ ਵੀ ਦੇਖੋ ਮਨਸੂਰ ਦੀ ਤਾਂ ਗੱਲ ਸੁਣੀ ਆ ਵੀ ਉਹਨੇ ਆਪਣਾ ਹੱਥ ਕਟਵਾ ਲਿਆ ਸੀ। ਮਨੀ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸੁਟਾਇਓ ਕੱਪ। ਮਨਸੂਰ ਨੇ ਇੱਕ ਵਾਰ ਸਿਆ ਸੀ ਆਪਣੇ ਗੁੱਟ ਦੇ ਉੱਤੇ, ਇੱਕ ਟੋਕਾ ਸਿਆ ਸੀਗਾ। ਮਨੀ ਸਿੰਘ ਨੇ ਪਤਾ ਨਹੀਂ ਕਿੰਨੇ ਕੁ ਵਾਰ ਸਹੇ ਆ। ਇੱਕੋ ਬਾਂਹ ਦੇ ਵਾਸਤੇ 19-20 ਵਾਰ ਹੋ ਗਏ, ਦੂਜੇ ਪਾਸੇ ਵੀ 19-20 ਵਾਰ ਹੋ ਗਏ। ਇੰਨੇ ਹੀ ਪੈਰਾਂ ਤੇ ਲੱਤਾਂ ਤੇ ਹੋਏ। ਜਿਸ ਮਨੀ ਸਿੰਘ ਨੇ 70-80 ਵਾਰ ਟੋਕੇ ਦੇ ਸਹੇ ਹਨ ਆਪਣੇ ਸਰੀਰ ਤੇ, ਉਹ ਕਿੱਡਾ ਵੱਡਾ ਮਨਸੂਰ ਬਣ ਗਿਆ ਹੈ। ਸੂਲੀ ਰੇਖ ਰੱਖ ਦੇਹ ਕੋ, ਮਦ ਸੂਲੀ ਦੇਹ ਫਿਰਾਏ। ਇਹ ਬੜੀ ਪੁਰਾਣੀ ਕਥਾ ਮਹਾਭਾਰਤ ਦੀ ਹੈ ਕਿ ਇੱਕ ਵਾਰੀ ਇੱਕ ਮਹਾਪੁਰਸ਼ ਰਿਸ਼ੀ ਨੂੰ ਸੂਲੀ ਤੇ ਟੰਗ ਦਿੱਤਾ ਸੀਗਾ, ਤੇ ਉਹਦੀ ਦੇਹ ਜਿਹੜੀ ਹੈ ਸੂਲੀ ਤੇ ਕਈ ਦਿਨ ਟੰਗੀ ਰਹੀ ਸੀ, ਬਹੁਤ ਲੰਮਾ ਸਮਾਂ। ਹਾਂਜੀ, ਸੋਈ ਦੇਹ ਇਨ ਨਾ ਰੱਖੀ, ਇਮ ਮਨੀ ਸਿੰਘ ਅਦਕਾਏ। ਇਹ ਭਾਈ ਮਨੀ ਸਿੰਘ ਜੀ ਹਨ, ਉਸ ਰਿਸ਼ੀ ਤੋਂ ਵੀ ਵੱਧ ਕੇ ਕਸ਼ਟ ਸਹਿ ਕੇ ਸ਼ਹੀਦੀ ਪਾ ਗਏ ਨੇ। ਮਨੀ ਸਿੰਘ ਦੇ ਬਰਾਬਰ ਦਾ ਕੋਈ ਸ਼ਹੀਦ ਸੰਸਾਰ 'ਚ ਨਹੀਂ ਹੋਇਆ, ਇਤਨੀ ਮਹਾਨ ਸ਼ਹੀਦੀ ਪਾਈ ਹੈ। ਚਾਉ ਪਈ ਸੀਸ ਭਇਓ ਤਬ ਧੜ ਤੇ ਦੂਰ। ਹੁਣ ਜਲਾਦ ਨੇ ਤਲਵਾਰ ਮਾਰ ਕੇ ਅਖੀਰਲਾ ਬੰਦ ਕੱਟ ਦਿੱਤਾ ਗਰਦਨ ਦਾ, ਗਰਦਨ ਉਤਾਰ ਦਿੱਤੀ, ਸੀਸ ਉਤਾਰ ਦਿੱਤਾ, ਧੜ ਤੋਂ ਵੱਖਰਾ ਕਰ ਦਿੱਤਾ। ਰਹੀ ਸਿੱਖੀ ਸਿੰਘ ਸਾਬਤ ਸੂਰ। ਜਿਹੜੀ ਅਰਦਾਸ ਮਨੀ ਸਿੰਘ ਨੇ ਕਰਵਾਈ ਸੀ ਕਿ ਜਦੋਂ ਮੇਰੇ ਬੰਦ ਕੱਟੇ ਜਾਣ ਮੇਰੀ ਸਿੱਖੀ ਸਾਬਤ ਰਹਿ ਜਾਵੇ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਸਾਹਿਬ ਮਨੀ ਸਿੰਘ ਜੀ ਗੁਰੂ ਦੀ ਕਿਰਪਾ ਨਾਲ ਉਹ ਸਿਦਕ ਨਿਭਾ ਗਏ ਹਨ। ਹੈ ਕਾਰ ਜਗਤ ਮੈਂ ਭਇਓ। ਉਸ ਵੇਲੇ ਸਾਰੇ ਸੰਸਾਰ ਜਹਾਕਾਰ ਮਚ ਗਈ ਹੈ। ਭਾਈ ਸਾਹਿਬ ਮਨੀ ਸਿੰਘ ਜੈਸਾ ਸੰਤ ਵੀ ਸ਼ਹੀਦ ਕਰ ਦਿੱਤਾ। ਇਹ ਜ਼ਾਲਮਾਂ ਦੀ ਸਰਕਾਰ ਗਰਕ ਹੋ ਜਾਏਗੀ, ਇਹ ਲਾਹੌਰ ਦਰਬਾਰ ਬਰਬਾਦ ਹੋ ਜਾਏਗਾ, ਇਹ ਮੁਲਕ ਹੀ ਉਜੜ ਜਾਏਗਾ। ਦੁਨੀਆ ਦੇ ਮਹਾਪੁਰਸ਼ ਫਕੀਰ ਸਾਧੂ ਗਰੀਬ ਗੁਰਬੇ ਦੇ ਮੂੰਹ ਤੋਂ ਇੱਕੋ ਹੀ ਆਵਾਜ਼ ਆ ਰਹੀ ਸੀ, ਹੈ ਐਡਾ ਵੱਡਾ ਪਾਪ ਕੀਤਾ, ਐਡੇ ਵੱਡੇ ਮਹਾਪੁਰਸ਼ ਨੂੰ ਬੰਦ ਕੱਟ ਕੇ ਮਾਰ ਦਿੱਤਾ। ਇਸ ਗੱਲ ਨਾਲ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਕੰਬ ਗਿਆ। ਹਾਂਜੀ, ਜੈ ਜੈਕਾਰ ਸਿੱਖਣ ਮਨ ਠਇਓ। ਪਰ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਨੇ ਹਾਹਾਕਾਰ ਨਹੀਂ ਕੀਤੀ, ਉਹਨਾਂ ਨੇ ਜੈ ਜੈਕਾਰ ਕੀਤੀ। ਭਾਈ ਮਨੀ ਸਿੰਘ ਜੀ ਤੁਹਾਡੀ ਜੈ ਹੋਵੇ, ਹਰ ਮੈਦਾਨ ਤੁਹਾਡੀ ਜੈ ਹੋਵੇ। ਤੁਸੀਂ ਲੋਕ ਪਰਲੋਕ ਵਿੱਚ ਅਮਰ ਹੋ ਗਏ ਹੋ, ਤੁਹਾਡੀ ਸ਼ਹੀਦੀ ਨੇ ਸਿੱਖੀ ਦਾ ਬੀਜ ਰੱਖ ਲਿਆ ਹੈ। ਹਾਂਜੀ, ਸਾਬਤ ਸਿੱਖੀ ਸਿੱਖ ਕੀ ਰਹੀ। ਸਿੱਖੀ ਰਹਿ ਗਈ ਸਾਬਤ, ਦੇਹ ਤਾਂ ਜਾਣੀ ਸੀ, ਦੇਹ ਤਾਂ ਕਿਸੇ ਦੀ ਨਹੀਂ ਰਹੀ ਨਾ। ਕੋਈ ਕਿੰਨਾ ਚਿਰ ਜੀ ਲੇਗਾ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। 100 ਸਾਲ ਤੋਂ ਵੱਧ ਤੇ ਕਿਸੇ ਨੇ ਜੀਣਾ ਹੀ ਕੋਈ ਨਹੀਂ। ਜੇ 2-4 ਸਾਲ ਵੱਧ ਹੋਰ ਜੀ ਲਵੇਗਾ ਫੇਰ ਵੀ ਮਰਨਾ ਹੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਜੇ 100 ਵਰਿਆ ਜੀਵਣਾ ਵੀ ਤਨ ਹੋਸੀ ਖੇ। 100 ਵਰੇ ਜੀ ਕੇ ਫੇਰ ਵੀ ਮਰਨਾ ਹੀ ਮਰਨਾ। ਤੇ ਭਾਈ ਸਾਹਿਬ ਮਨੀ ਸਿੰਘ ਜੀ ਸਿੱਖੀ ਸਿਦਕ ਨਿਭਾ ਗਏ ਹਨ। ਸਰਾਪ ਸਿੱਖਣ ਕੋ ਤਾਉ ਭਇਓ ਸਹੀ। ਜੋ ਖਾਲਸੇ ਪੰਥ ਵੱਲੋਂ ਬਚਨ ਹੋਇਆ ਸੀ ਕਿ ਤੇਰੇ ਬੰਦ ਕੱਟੇ ਜਾਣਗੇ, ਉਹ ਬਚਨ ਵੀ ਪੂਰਾ ਕਰ ਗਏ। ਭਇਓ ਸ਼ਹੀਦਨ ਮੈਂ ਸਰਦਾਰ। ਸੱਚਖੰਡ ਦੇ ਵਿੱਚ ਸ਼ਹੀਦਾਂ ਦਾ ਜਿੱਥੇ ਆਸਣ ਹੈ, ਉੱਥੇ ਸਾਰੇ ਸ਼ਹੀਦਾਂ ਦੇ ਸਰਦਾਰ ਸ਼੍ਰੋਮਣੀ ਭਾਈ ਮਨੀ ਸਿੰਘ ਸਾਹਿਬ ਜੀ ਬਣੇ ਹਨ। ਸਾਹਿਬ ਜਾਦਨ ਢਿਗ ਡਿਉੜੀ ਦਾਰ। ਜਿੱਥੇ ਸਾਹਿਬਜ਼ਾਦਿਆਂ ਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਆਸਣ ਹੈ ਸੱਚਖੰਡ ਵਿੱਚ,
ਉਸ ਡਿਊਟੀ ਦੇ ਮੁਖੀ ਜਰਨੈਲ ਭਾਈ ਮਨੀ ਸਿੰਘ ਜੀ ਹਨ। ਡਿਊਟੀਦਾਰ ਜਿੱਥੇ ਸਾਹਿਬਜ਼ਾਦਿਆਂ ਦੀ ਆਤਮਾ ਬਿਰਾਜਮਾਨ ਹੈ ਸੱਚਖੰਡ ਵਿੱਚ, ਸਭ ਤੋਂ ਉੱਪਰ ਸ਼ਹੀਦਾਂ ਦੇ ਵਿੱਚ, ਉੱਥੇ ਭਾਈ ਸਾਹਿਬ ਮਨੀ ਸਿੰਘ ਜੀ ਡਿਊਟੀ ਬਰਦਾਰ ਹਨ। ਮਨੀ ਸਿੰਘ ਯੋ ਸਾਕੋ ਕੀਓ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਸਾਕਾ ਕੀਤਾ, ਮਹਾਨ ਸ਼ਹਾਦਤ ਦਾ ਜਾਮ ਪੀਤਾ ਹੈ। ਸਹੀ 1794 ਸਾਧ ਸੰਗਤ ਜੀ 1794 ਬਿਕਰਮੀ ਦੇ ਵਿੱਚ ਇਹ ਭਾਣਾ ਵਰਤਿਆ ਹੈ। ਰਤਨ ਸਿੰਘ ਸੁਨ ਸਾਖੀ ਲਿਖੀ। ਭਾਈ ਰਤਨ ਸਿੰਘ ਜੀ ਕਹਿੰਦੇ ਆ ਇਹ ਇਤਿਹਾਸ ਮੇਰੀ ਮਾਤਾ ਨੇ, ਮੇਰੇ ਨਾਨੇ ਨੇ ਮੈਨੂੰ ਸੁਣਾਇਆ, ਜੋ ਉਸ ਵੇਲੇ ਜਿਉਂਦਾ ਸੀ, ਸ਼ਾਮ ਸਿੰਘ ਨਾਰਲੇ ਵਾਲਾ ਪੁਰਾਣਾ ਜਰਨੈਲ ਹੋਇਆ। ਜੋ ਮੈਂ ਆਪਣੇ ਬਜ਼ੁਰਗਾਂ ਤੋਂ ਭਾਈ ਮਨੀ ਸਿੰਘ ਦੇ ਸਮੇਂ ਦੀਆਂ ਗੱਲਾਂ ਸੁਣੀਆਂ, ਉਹ ਲਿਖ ਦਿੱਤੀਆਂ ਪੰਥ ਪ੍ਰਕਾਸ਼ ਵਿੱਚ। ਪਿਤਾ ਹਮਾਰੇ ਕਹੀ ਸੀ ਪਿਖੀ। ਮੇਰੇ ਪਿਤਾ ਜੀ ਨੇ ਵੀ ਇਹ ਗੱਲ ਸੁਣੀ ਸੀ, ਕਿਉਂਕਿ ਉਦੋਂ ਪਿਤਾ ਜੀ ਬਹੁਤ ਛੋਟੇ ਸਨ। ਨਾਨਾ ਜੀ ਨੇ ਦੱਸੀ ਤੇ ਪਿਤਾ ਜੀ ਨੇ ਦੱਸੀ, ਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਖਾਲਸਾ ਜੀ। ਕਬਿਤ ਸਿੱਖਨ ਮੈਂ ਸਿੱਖ ਉੱਚੋ, ਭਗਤਨ ਮੈਂ ਭਗਤ ਮੂਚੋ। ਆਹਾ ਭਾਈ ਮਨੀ ਸਿੰਘ ਸਿੱਖਨ ਮੈਂ ਸਿੱਖ ਉੱਚੋ, ਸਿੱਖਾਂ ਜੋ ਸ਼੍ਰੋਮਣੀ ਸਿੱਖ ਹੋਇਆ, 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਨੇ, ਉਸੇ ਸਾਲ ਭਾਈ ਮਨੀ ਸਿੰਘ ਦਾ ਜਨਮ ਹੋਇਆ ਸੀ। ਗੁਰੂ ਹਰਿਰਾਏ ਸਾਹਿਬ ਦੇ ਸਮੇਂ 17 ਸਾਲ ਗੁਰੂ ਹਰਿਰਾਏ ਸਾਹਿਬ ਦਾ ਸਮਾਂ ਰਿਹਾ, ਤੇ ਉਸ ਤੋਂ ਬਾਅਦ 3 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, 11 ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਰਿਹਾ, ਤੇ ਉਸ ਤੋਂ ਬਾਅਦ 33 ਸਾਲ 10ਵੇਂ ਪਾਤਸ਼ਾਹ ਗੱਦੀ ਤੇ ਰਹੇ, ਤੇ ਉਹਨਾਂ ਤੋਂ ਬਾਅਦ ਵੀ ਲਗਭਗ 25 ਸਾਲ ਭਾਈ ਮਨੀ ਸਿੰਘ ਪੰਥ ਦੀ ਅਗਵਾਈ ਕਰ ਗਏ। ਐਸੇ ਮਹਾਪੁਰਸ਼ 90 ਸਾਲ ਦੀ ਉਮਰ 'ਚ ਸ਼ਹੀਦੀ ਪਾਈ ਹੈ। ਸਿੱਖੀ ਕੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ। ਸਿੱਖੀ ਦੀ ਨਿਆਈ ਕਹਿੰਦੇ ਨੀਂਹ ਨੂੰ, ਬੁਨਿਆਦ। ਜਿਵੇਂ ਕਿਸੇ ਮਕਾਨ ਦੀ ਬੇਸਮੈਂਟ ਜ਼ਰੂਰੀ ਹੈ ਨਾ, ਜੇ ਬੇਸਮੈਂਟ ਜਿਹੜੀ ਮਜਬੂਰ ਬਣੀ ਹੋਵੇ, ਨੀਂਹ ਥੱਲੇ ਪੱਕੀ ਹੋਵੇ, ਉੱਪਰ ਜਿੱਡਾ ਵਰਜੀ ਵੱਡਾ ਮਕਾਨ ਬਣਾ ਲਓ। ਜੇ ਨੀਂਹ ਕਮਜ਼ੋਰ ਹੋਵੇ, ਮਕਾਨ ਬਣ ਹੀ ਨਹੀਂ ਸਕਦਾ ਉੱਤੇ। ਭਾਈ ਮਨੀ ਸਿੰਘ ਜੀ ਸਿੱਖੀ ਦੀ ਨੀਂਹ ਹਨ, ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਏਡਾ ਵੱਡਾ ਸਾਕਾ ਕੀਤਾ ਹੈ। ਜਗਤ ਮੈਂ ਜੈਕਾਰ ਭਇਓ, ਧਰਮ ਅਰਥ ਦੇਹ ਦਇਓ। ਜਗਤ ਵਿੱਚ ਜੈ ਜੈਕਾਰ ਹੋਈ ਹੈ ਭਾਈ ਮਨੀ ਸਿੰਘ ਦੀ, ਅੱਜ ਵੀ ਹੋ ਰਹੀ ਹੈ। ਹਰ ਸਾਲ ਦੀਵਾਲੀ ਤੇ ਜਿੱਥੇ ਵੀ ਕੋਈ ਢਾਡੀ ਸਿੰਘ ਇਤਿਹਾਸ ਸੁਣਾਉਂਦੇ, ਭਾਈ ਮਨੀ ਸਿੰਘ ਦਾ ਜ਼ਰੂਰ ਸੁਣਾਉਂਦੇ ਆ। ਹਰ ਸਾਲ ਦੀਵਾਲੀ ਤੇ ਅੰਮ੍ਰਿਤਸਰ ਜਦੋਂ ਜਾਈਦਾ, ਉੱਥੇ ਭਾਈ ਮਨੀ ਸਿੰਘ ਨੂੰ ਯਾਦ ਜ਼ਰੂਰ ਕਰੀਦਾ। ਹਰ ਗੁਰਦੁਆਰੇ ਵਿੱਚ ਦੀਵਾਲੀ ਤੇ ਤਾਂ ਭਾਈ ਮਨੀ ਸਿੰਘ ਦੀ ਕਥਾ ਜ਼ਰੂਰ ਹੀ ਹੁੰਦੀ ਹੈ ਨਾ, ਕਥਾਵਾਚਕ ਵੀ ਕਰਦੇ ਆ। ਉੱਦਾਂ ਵੀ ਗੁਰਦੁਆਰਿਆਂ ਵਿੱਚ ਰਾਗੀ ਸਿੰਘ, ਢਾਡੀ ਸਿੰਘ ਪ੍ਰਚਾਰ ਕਰਦੇ ਰਹਿੰਦੇ ਭਾਈ ਮਨੀ ਸਿੰਘ ਦਾ। ਅੱਜ ਵੀ ਹੋ ਰਿਹਾ ਤੇ ਹੁੰਦਾ ਹੀ ਰਹਿਣਾ, ਰਹਿੰਦੀ ਦੁਨੀਆ ਤੱਕ। ਹਾਂਜੀ। ਸਿਦਕ ਸੋ ਕਟਾਇਓ ਹੀਓ, ਨਾ ਮਾਨੀ ਕਛੂ ਸੰਕ ਜੀ। ਸਿਦਕ ਦੇ ਨਾਲ ਸਰੀਰ ਕਟਾ ਲਿਆ, ਸ਼ੰਕਾ ਨਹੀਂ ਕੀਤਾ ਮਨ ਵਿੱਚ ਮਰਨ ਦਾ, ਜੀਵਨ ਦਾ। ਮਰਨ ਜੀਵਨ ਕੀ ਸ਼ੰਕਾ ਨਾਸੀ, ਐਸੀ ਅਵਸਥਾ ਦੇ ਮਾਲਕ ਸਨ। ਸਿੱਖ ਸੋ ਪ੍ਰਸੰਨ ਭਏ, ਦੁਸ਼ਟ ਸਭ ਭ੍ਰਿਸ਼ਟ ਭਏ। ਗੁਰੂ ਕੇ ਸਿੱਖ ਬੜੇ ਪ੍ਰਸੰਨ ਹੋਏ। ਖਾਲਸੇ ਪੰਥ ਦੀਆਂ ਵੀ ਭਾਈ ਮਨੀ ਸਿੰਘ ਦੇ ਬੜੀਆਂ ਖੁਸ਼ੀਆਂ ਹੋਈਆਂ। ਸਾਰੇ ਪੰਥ ਨੇ ਆਖਿਆ, ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ। ਸਿੱਖ ਬੜੇ ਪ੍ਰਸੰਨ ਹੋਏ। ਦੁਸ਼ਟ ਭ੍ਰਿਸ਼ਟ ਭਏ, ਜਿਹੜੇ ਪਾਪੀ ਸੀਗੇ, ਦੁਸ਼ਟ ਖਾਲਸੇ ਪੰਥ ਨਾਲ ਈਰਖਾ ਰੱਖਣ ਵਾਲੇ, ਉਹ ਭ੍ਰਿਸ਼ਟ ਹੋ ਗਏ, ਖਤਮ ਹੋ ਗਏ। ਉਹਨਾਂ ਦੀ ਜੜ ਪੁੱਟੀ ਗਈ। ਤੁਰਕਾਂ ਦਾ ਰਾਜ, ਜ਼ਾਲਮਾਂ ਦਾ ਰਾਜ, ਜ਼ੁਲਮ ਕਰਕੇ, ਪਾਪ ਕਰਕੇ ਨਸ਼ਟ ਹੋ ਗਿਆ। ਗਿਆਨ ਕੀ ਖੜਗ ਸੋ ਮਾਰੇ ਚੌਰੰਗ ਜੀ। ਭਾਈ ਮਨੀ ਸਿੰਘ ਜੀ ਨੇ ਗਿਆਨ ਦੇ ਖੰਡੇ ਨਾਲ ਹੀ ਮਾਰ ਦਿੱਤੇ। ਗਿਆਨ ਕੀ ਖੜਗ ਸੇ, ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ, ਕਾਤਰਤਾ ਕੋ ਦਵਾਰ ਬਹਾਰ ਹੈ। ਕਾਇਰਤਾ ਨੂੰ ਕੱਢ ਕੇ ਭਾਈ ਮਨੀ ਸਿੰਘ ਹਰ ਮੈਦਾਨ ਫਤਿਹ ਪਾ ਗਏ। ਗੁਰ ਸਿੱਖ ਕਹਾਵੈ ਜੋ ਕਰਨੀ ਯਹ ਕਮਾਵੈ ਸੋ। ਜਿਹੜਾ ਗੁਰਸਿੱਖ ਕਹਾਂਦਾ ਹੈ, ਉਹਦੀ ਇਹ ਕਰਨੀ ਹੁੰਦੀ ਹੈ। ਮਨੀ ਸਿੰਘ ਤੁਲ ਭਇਓ, ਕੋ ਰਾਣਾ ਔ ਨਾ ਰੰਕ ਜੀ। ਭਾਈ ਮਨੀ ਸਿੰਘ ਦੇ ਬਰਾਬਰ ਨਾ ਕੋਈ ਰਾਜਾ, ਨਾ ਕੋਈ ਭਿਖਾਰੀ।
ਦੁਨੀਆ ਵਿੱਚ ਕੋਈ ਵੀ ਆਦਮੀ ਗਰੀਬ ਅਮੀਰ ਬੜੇ ਨੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਲੋਕ ਪਹਿਲਾਂ ਵੀ ਹੋਏ, ਬਾਅਦ 'ਚ ਵੀ ਹੋਏ, ਹੁਣ ਵੀ ਹਨ, ਅੱਗੇ ਵੀ ਹੋਣਗੇ, ਪਰ ਮਨੀ ਸਿੰਘ ਦੀ ਬਰਾਬਰੀ ਨਹੀਂ ਕੋਈ ਕਰ ਸਕੇਗਾ। ਦੋਹਰਾ ਮਣੀ